पाइथन की जो स्पेशलिटी है ਉਹ ਨੇ ਉਹਦੀਆਂ ਕਲੈਕਸ਼ਨਸ ਐਂਡ ਸੀਕੁਐਂਸਸ। ਬਾਕੀ ਦੀਆਂ ਲੈਂਗੁਏਜਸ ਦੇ ਵਿੱਚ ਇਹਨਾਂ ਨੂੰ ਯੂਜ਼ ਕਰਨਾ ਇੰਨਾ ਈਜ਼ੀ ਨਹੀਂ ਹੈ ਜਿੰਨਾ ਪਾਈਥਨ ਦੇ ਵਿੱਚ ਹੈ। ਕਈ ਲੈਂਗੁਏਜਸ ਦੇ ਵਿੱਚ ਇਹ ਪ੍ਰੋਪਰ ਅਵੇਲੇਬਲ ਹੀ ਨਹੀਂ ਹੈ ਤੇ ਕਈ ਵਾਲੀਆਂ ਲੈਂਗੁਏਜਸ ਐਸੀਆਂ ਨੇ ਉਹਨਾਂ ਨੂੰ ਐਕਸੈਸ ਕਰਨਾ ਕਾਫੀ ਡਿਫਿਕਲਟ ਹੈ, ਕੰਪਲੈਕਸ ਟਾਸਕ ਹੈ, ਕਈ ਵਾਰ ਆਪ ਵੀ ਬਣਾਉਣੀਆਂ ਪੈਂਦੀਆਂ ਨੇ। ਪਰ ਪਾਈਥਨ ਦੀ ਜੋ ਲਾਇਬ੍ਰੇਰੀ ਹੈ ਉਸ ਦੇ ਵਿੱਚ ਜੋ ਮੋਡਿਊਲਸ ਬਣੇ ਨੇ ਉਹਨਾਂ ਦੇ ਵਿੱਚ ਇਹ ਜਿਹੜੀਆਂ ਸੀਕੁਐਂਸਸ ਜਾਂ ਕਲੈਕਸ਼ਨਸ ਆਪਾਂ ਅੱਜ ਪੜ੍ਹਨੀਆਂ ਨੇ ਇਹ ਅਵੇਲੇਬਲ ਨੇ ਤੇ ਇਹਨਾਂ ਨੂੰ ਐਕਸੈਸ ਕਰਨਾ ਇੰਨਾ ਈਜ਼ੀ ਹੈ ਕਿ ਜਿਵੇਂ ਅਸੀਂ ਸਿੰਪਲ ਲੂਪ ਲਾਈ ਹੈ ਜਾਂ ਇਫ ਲਾਈ ਹੈ, ਬੜੀਆਂ ਫੇਮਸ ਨੇ, ਬੜੀਆਂ ਪਪੂਲਰ ਨੇ ਇਹ ਸਟੇਟਮੈਂਟਸ। ਉਸੇ ਤਰ੍ਹਾਂ ਨਾਲ ਅਸੀਂ ਜਿਹੜੀਆਂ ਨਾਰਮਲ ਵੇਜ਼ ਦੇ ਵਿੱਚ ਸਿੰਗਲ ਸਟੇਟਮੈਂਟ ਦੇ ਵਿੱਚ ਅਸੀਂ ਇਹਨਾਂ ਦੇ ਮੈਂਬਰਸ ਐਕਸੈਸ ਕਰ ਸਕਦੇ ਹਾਂ, ਇਹਨਾਂ ਨੂੰ ਕ੍ਰੀਏਟ ਕਰ ਸਕਦੇ ਹਾਂ ਬਹੁਤ ਈਜ਼ੀ। ਤੋ ਅਸੀਂ ਇਹਨਾਂ ਦੀ ਥੋੜੀ ਡਿਟੇਲ ਅੱਜ ਡਿਸਕਸ ਕਰਦੇ ਹਾਂ। ਸੀਕੁਐਂਸ ਅਤੇ ਕਲੈਕਸ਼ਨ ਦੋ ਅਲੱਗ ਚੀਜ਼ਾਂ ਨੇ ਵੈਸੇ। ਨਾਰਮਲੀ ਅਗਰ ਕੰਬਾਈਨ ਕਰਕੇ ਕਹਾਂ ਤਾਂ ਇਹ ਦੋਨੇ ਚੀਜ਼ਾਂ ਕਲੈਕਸ਼ਨ ਆਫ ਆਈਟਮਸ ਹੁੰਦੀਆਂ ਨੇ। ਇਹ ਦੋਨਾਂ 'ਚ ਹੀ ਆਈਟਮਸ ਨੇ, ਦੇ ਆਰ ਗਰੁੱਪ ਆਫ ਆਈਟਮਸ। ਕਲੈਕਸ਼ਨ ਵੀ ਗਰੁੱਪ ਆਫ ਆਈਟਮਸ ਹੈ, ਸੀਕੁਐਂਸ ਵੀ ਗਰੁੱਪ ਆਫ ਆਈਟਮਸ। ਪਰ ਸੀਕੁਐਂਸ ਦੇ ਵਿੱਚ ਆਰਡਰਡ ਕਲੈਕਸ਼ਨ ਹੁੰਦੀ ਹੈ, ਆਰਡਰਡ ਐਲੀਮੈਂਟਸ ਹੁੰਦੇ ਨੇ, ਇੱਕ ਪ੍ਰੀ ਡਿਟਰਮਾਈਨਡ ਆਰਡਰ ਹੁੰਦਾ ਹੈ ਜਿਸ ਦੇ ਵਿੱਚ ਵੈਲਿਊਜ਼ ਇਨਸਰਟ ਹੁੰਦੀਆਂ ਨੇ, ਉਸੇ ਆਰਡਰ ਦੇ ਵਿੱਚ ਉਹਨਾਂ ਨੂੰ ਐਕਸੈਸ ਕੀਤਾ ਜਾਂਦਾ ਹੈ। ਉਹ ਆਰਡਰ ਚੇਂਜ ਨਹੀਂ ਹੁੰਦਾ, ਉਸ ਨੂੰ ਅਸੀਂ ਸੀਕੁਐਂਸ ਕਹਿੰਦੇ। ਕਲੈਕਸ਼ਨ ਦੇ ਵਿੱਚ ਅਨਆਰਡਰਡ ਐਲੀਮੈਂਟਸ ਹੁੰਦੇ ਨੇ। ਜਿਸ ਆਰਡਰ 'ਚ ਐਲੀਮੈਂਟ ਪਾਏ ਜਾਣਗੇ ਉਸ ਤੋਂ ਬਾਅਦ ਉਹਦੇ ਤੇ ਆਪਰੇਸ਼ਨ ਵਗੈਰਾ ਪਰਫਾਰਮ ਕਰਨ ਤੋਂ ਬਾਅਦ ਉਹਨਾਂ ਦਾ ਆਰਡਰ ਬਦਲ ਸਕਦਾ ਹੈ। ਉਹ ਅਨਆਰਡਰਡ ਲਿਸਟ ਹੈ, ਅਨਆਰਡਰਡ ਕਲੈਕਸ਼ਨ ਹੈ, ਅਨਆਰਡਰਡ ਗਰੁੱਪ ਆਫ ਐਲੀਮੈਂਟਸ ਨੇ। ਸੀਕੁਐਂਸ ਆਰਡਰਡ ਗਰੁੱਪ ਆਫ ਐਲੀਮੈਂਟਸ ਨੇ। ਇਹ ਇਹਨਾਂ ਦਾ ਮੇਨ ਡਿਫਰੈਂਸ ਹੈ ਦੋਨਾਂ ਦਾ, ਕਲੈਕਸ਼ਨ ਤੇ ਸੀਕੁਐਂਸ। Sequence data type in Python is a collection of ordered elements. Sequence is a collection of ordered elements. ਇੱਥੇ collection word ਮੈਂ ਉਹ collection ਨਹੀਂ यूज ਕੀਤਾ ਹੋਇਆ, ਇਹ collection normally collect ਕਰਨਾ, ਇਕੱਠੇ ਕਰਨਾ। Ordered data types in Python Ordered data types in Python are called sequences because we can access them sequentially in order in which the items are inserted in them. जिस order 'ਚ ਅਸੀਂ elements insert ਕਰਾਂਗੇ ਉਹਦੇ 'ਚ ਪਾਵਾਂਗੇ sequence ਦੇ ਵਿੱਚ, ਉਸੇ order ਦੇ ਵਿੱਚ ਅਸੀਂ ਉਹਨਾਂ ਨੂੰ access ਕਰਾਂਗੇ, ਉਹਨਾਂ elements ਨੂੰ ਉਸੇ order ਦੇ ਵਿੱਚ visit ਕਰਾਂਗੇ ਜਿਸ order 'ਚ ਅਸੀਂ add ਕਰ ਦਾਂਗੇ। Very simple definition. Sequence कुछ सीक्वेंसेस जिन्हां नूं असीं प्रैक्टिकली डिस्कस भी करांगे ते प्रैक्टिकल करके देखांगे। नंबर सीक्वेंस है, रेंज फंक्शन नाल जनरेट हुंदी है, परमानेंट स्टोरेज नहीं है, सिर्फ जनरेट करेगा। ये लिस्ट बन जांदियां ने। लिस्ट है कपल टी नाल लिखिया जांदा है, ज़्यादातर कुछ लोग टपल भी बोलते ने, कुछ कपल बोलते ने। ये शब्द DBMS जां RDBMS दे विच भी यूज हुंदा है, उत्थे इसकी प्रोनाउंसिएशन कपल हुंदी है। जे तुसीं टपल भी कह दोगे तो कोई वड्डी गल नहीं है, नो मैटर, पर मैं कपल बोलूँगा, मैं शुरू तो कपल ही बोलता आया। लिस्ट है, कपल है, स्ट्रिंग है। तो एक नंबर सीक्वेंस जी मैं पहले गल की कि यह जनरेट करेगा एक रेंज नूं, नंबर ऑफ
ਨੰਬਰ ਰੇਂਜ ਨੂੰ। ਇਹ ਕੁਝ ਸੀਕੁਐਂਸਿਸ ਨੇ ਜਿਨ੍ਹਾਂ ਦੀ ਡਿਟੇਲ ਅਗਲੀਆਂ ਸਲਾਈਡਸ ਤੇ ਆਪਾਂ ਡਿਸਕਸ ਕਰਾਂਗੇ। collection मैं दसिया कि अनऑर्डर्ड लिस्ट है। अनऑर्डर्ड डाटा टाइप्स in Python are known as collections। इन्हां दा कोई ऑर्डर नहीं हुंदा, डिटर्मिनिस्टिक ऑर्डर नहीं हुंदा, कोई प्री डिटर्मिन्ड ऑर्डर नहीं हुंदा। They do not have a deterministic order, so the order in which the items are inserted may be different when they are accessed। ਜਦੋਂ ਉਹਨੂੰ ਯੂਜ਼ ਕਰੋਗੇ, ਵਿਜ਼ਿਟ ਕਰੋਗੇ, ਉਹ ਆਰਡਰ ਕਈ ਵਾਰ ਬਦਲ ਜਾਂਦਾ। ਹੋ ਸਕਦਾ ਕਈ ਵਾਰ ਸੇਮ ਵੀ ਆ ਜਾਵੇ, ਮਤਲਬ ਗਾਰੰਟੀ ਨਹੀਂ ਹੈ, ਉਹ ਆਰਡਰ ਬਦਲ ਸਕਦਾ ਹੈ। ਬਾਅਦ 'ਚ ਅਸੀਂ ਐਡੀਸ਼ਨਸ ਜਾਂ ਰਿਮੂਵਲ ਕਰਾਂਗੇ ਐਲੀਮੈਂਟਸ ਨੂੰ ਤਾਂ ਉਹਦਾ ਆਰਡਰ ਉੱਪਰ ਨੀਚੇ ਹੋ ਸਕਦਾ ਹੈ। ਸੋ ਇਹਦੇ 'ਚ ਦੋ ਨੇ, ਸੈੱਟ ਹੈ ਤੇ ਡਿਕਸ਼ਨਰੀ ਹੈ। ਇਹਨਾਂ ਦੀ ਵੀ ਡਿਟੇਲ ਆਪਾਂ ਅਗਲੀਆਂ ਸਲਾਈਡਸ ਦੇ ਉੱਤੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆ ਗਿਆ ਨੰਬਰ ਸੀਕੁਐਂਸ, ਜੋ ਰੇਂਜ ਫੰਕਸ਼ਨ ਦੀ ਮਦਦ ਦੇ ਨਾਲ ਜਨਰੇਟ ਹੁੰਦੀ ਹੈ। ਇਹ ਸਿਰਫ ਜਨਰੇਟ ਕਰੇਗਾ, ਨਾਲ ਦੀ ਨਾਲ ਪ੍ਰਿੰਟ ਕਰ ਦੇਗਾ ਜੋ ਵੀ ਤੁਸੀਂ ਜਨਰੇਟ ਕਰੋਗੇ। range function, the range function along with start and stop range is used to return the elements in the given range। ਆਪਾਂ ਦੱਸਤਾ 30 ਤੋਂ 40 ਤੱਕ ਦੇ ਨੰਬਰ ਪ੍ਰਿੰਟ ਕਰਨੇ, ਉਹ 30 ਤੋਂ 40 ਤੱਕ ਦੇ ਕਰ ਦੇਗਾ, ਉਹ ਰਿਟਰਨ ਕਰੇਗਾ। ਆਪਾਂ ਉਸ ਨੂੰ ਅੱਗੇ ਲੂਪ ਦੇ ਨਾਲ ਐਕਸੈਸ ਕਰਾਂਗੇ, ਕੱਲੇ ਕੱਲੇ ਨੂੰ ਤੇ ਪ੍ਰਿੰਟ ਕਰ ਦਾਂਗੇ। ਨੀਚੇ ਆਪਾਂ ਪ੍ਰੋਗਰਾਮ ਮੈਂ ਦਿੱਤਾ ਹੋਇਆ, ਦਾ ਰੇਂਜ ਫੰਕਸ਼ਨ ਰਿਟਰਨਸ ਦਾ ਸੀਕੁਐਂਸ ਆਫ ਨੰਬਰਸ ਸਟਾਰਟਿੰਗ ਫਰੋਮ 0 ਬਾਈ ਡਿਫਾਲਟ। ਜੇ ਤੁਸੀਂ ਸਟਾਰਟ ਨਹੀਂ ਦੱਸਦੇ ਤਾਂ 0 ਮੰਨਿਆ ਜਾਏਗਾ। ਐਂਡ ਇਨਕਰੀਮੈਂਟ ਬਾय 1, ਜੇ ਤੁਸੀਂ ਨਹੀਂ ਦੱਸਦੇ ਕਿੰਨਾ ਇਨਕਰੀਮੈਂਟ ਕਰਨਾ ਤਾਂ 1 ਦਿੱਤਾ ਜਾਏਗਾ। ਐਂਡ ਸਟਾਪਸ ਬਿਫੋਰ ਏ ਸਪੈਸੀਫਾਈਡ ਨੰਬਰ, ਤੇ ਐਂਡ ਜਿਹੜਾ ਨੰਬਰ ਤੁਸੀਂ ਦੇਣਾ ਹੈ ਉਹਦੇ ਤੋਂ ਇੱਕ ਘੱਟ ਤੇ ਇੱਕ ਇਹ ਜਾਏਗਾ। ਜਿਵੇਂ ਮੈਂ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ, ਆ ਪ੍ਰੋਗਰਾਮ ਹੈ ਛੋਟਾ ਜਿਹਾ, ਫॉर आई in range 1 to 5। ਪੜਾਂਗੇ ਇਸ ਨੂੰ, range 1 to 5। 1 to 5 ਮੀਨਸ ਇਹ 1 ਤੋਂ ਸ਼ੁਰੂ ਹੋਏਗੀ, ਰੇਂਜ 4 ਤੱਕ ਜਾਏਗੀ, ਇੱਕ ਘੱਟ ਤੱਕ। ਜੇ ਮੈਂ ਇੱਥੇ (5) ਲਿਖ ਦਿੰਦਾ, ਮੰਨ ਲਓ ਫਸਟ ਮੈਂ ਸਟਾਰਟ ਪੁਆਇੰਟ ਨਾ ਦਿੱਤਾ ਤਾਂ ਇਹ 0 ਤੋਂ ਸ਼ੁਰੂ ਕਰ ਦੇਗਾ, ਬਾਈ ਡਿਫਾਲਟ 0 ਤੋਂ, ਅਦਰਵਾਈਜ਼ ਇਹ 5 ਤੱਕ, 5 ਤੋਂ ਇੱਕ ਸਟੈਪ ਘੱਟ ਤੱਕ ਜਾਂਦਾ, 4 ਤੱਕ ਜਾਏਗਾ। ਇਹ ਐਂਡ ਨਾਲੋਂ ਇੱਕ ਸਟੈਪ ਘੱਟ ਜਾਏਗਾ। ਤੋ ਨਾਲ ਦੀ ਨਾਲ ਅਸੀਂ ਉਸ ਆਈ ਨੂੰ ਪ੍ਰਿੰਟ ਕਰ ਰਹੇ। ਹੋ ਕੀ ਰਿਹਾ, ਇਹ ਰੇਂਜ ਜਨਰੇਟ ਕਰਦਾ 1 2 3 4, ਇਦਾਂ ਰੇਂਜ ਜਨਰੇਟ ਕਰਦਾ ਹੈ 1 2 3 4। ਇਹ 1 ਪਹਿਲਾਂ ਆਈ 'ਚ ਆ ਜਾਂਦਾ ਹੈ, ਉਹ 1 ਪ੍ਰਿੰਟ ਕਰ ਦਿੱਤਾ ਜਾਂਦਾ ਆਈ ਪ੍ਰਿੰਟ ਕਰਕੇ। ਫਿਰ ਇਹ 2 ਆ ਜਾਂਦਾ ਹੈ ਆਈ 'ਚ, ਫਿਰ ਪ੍ਰਿੰਟ ਆਈ ਦੇ ਨਾਲ 2 ਪ੍ਰਿੰਟ ਹੋ ਜਾਂਦਾ ਹੈ। ਫਿਰ 3 ਆ ਜਾਂਦਾ ਹੈ ਆਈ ਦੇ ਵਿੱਚ, ਫਿਰ ਪ੍ਰਿੰਟ ਆਈ ਦੇ ਨਾਲ 3 ਪ੍ਰਿੰਟ ਹੋ ਜਾਂਦਾ ਹੈ। ਫਿਰ 4 ਆ ਜਾਂਦਾ ਹੈ ਆਈ ਦੇ ਵਿੱਚ, ਐਂਡ ਪ੍ਰਿੰਟ ਆਈ ਕਰਨ ਦੇ ਨਾਲ 4 ਪ੍ਰਿੰਟ ਹੋ ਜਾਂਦਾ ਹੈ। ਇਹ ਇਸ ਦਾ ਕੰਮ ਹੈ, ਇਸ ਤਰ੍ਹਾਂ ਇਹ ਵਰਕ ਕਰਦਾ ਹੈ। ਮਤਲਬ ਰੇਂਜ ਫੰਕਸ਼ਨ ਨੇ ਇੱਕ ਸੀਕੁਐਂਸ ਆਫ ਨੰਬਰਸ ਜਨਰੇਟ ਕੀਤੇ, ਜਿਵੇਂ ਐਰੇ ਨਹੀਂ ਹੁੰਦਾ ਸੀ, ਐਰੇ ਦੀ ਤਰ੍ਹਾਂ ਜਨਰੇਟ ਕੀਤੇ। ਉਹਨਾਂ ਜਨਰੇਟ ਹੋਏ ਹੋਏ ਨੰਬਰਸ ਨੂੰ ਅਸੀਂ ਫੋਰ ਲੂਪ ਦੀ ਮਦਦ ਦੇ ਨਾਲ ਇੱਕ ਇੱਕ ਕਰਕੇ ਐਕਸੈਸ ਕਰ ਰਹੇ ਹਾਂ ਤੇ ਪ੍ਰਿੰਟ ਕਰ ਰਹੇ ਹਾਂ। ਇਹ ਇਸ ਪ੍ਰੋਗਰਾਮ 'ਚ ਕੀਤਾ ਜਾ ਰਿਹਾ ਹੈ। ਰੇਂਜ ਫੰਕਸ਼ਨ ਦੀ ਇੱਕ ਡੈਮੋਸਟ੍ਰੇਸ਼ਨ ਮੈਂ ਦਿੱਤੀ ਹੈ, ਤੁਸੀਂ ਇਸ ਦੇ ਨਾਲ ਐਕਸਪੈਰੀਮੈਂਟ ਕਰ ਸਕਦੇ ਹੋ। ਸਟਾਰਟ ਰੇਂਜ ਐਂਡ ਰੇਂਜ ਬਦਲ ਕੇ ਦੱਸ ਕੇ ਚੇਂਜ ਕਰਕੇ ਤੁਸੀਂ, ਜਾਂ ਡਿਫਾਲਟ 0 ਯੂਜ਼ ਕਰਕੇ ਇਦਾਂ ਵੀ ਤੁਸੀਂ ਐਕਸਪੈਰੀਮੈਂਟ ਕਰ ਸਕਦੇ ਹੋ। ਦੈਨ ਆ ਜਾਂਦੀ ਹੈ ਲਿਸਟ। ਲਿਸਟ ਦੇ ਵਿੱਚ ਅਸੀਂ ਪਹਿਲਾਂ ਆਪ ਨਹੀਂ ਉਹ ਜਨਰੇਟ ਕਰਦਾ ਰੇਂਜ, ਜਿਵੇਂ ਸੀਕੁਐਂਸ 'ਚ ਹੋਈ ਸੀ ਪਹਿਲਾਂ ਪਿਛਲੀ ਸਲਾਈਡ ਦੇ ਉੱਤੇ ਰੇਂਜ ਫੰਕਸ਼ਨ ਦੀ ਨਾਲ। ਅਸੀਂ ਲਿਸਟ ਦੇ ਵਿੱਚ ਖੁਦ ਐਲੀਮੈਂਟ ਦੱਸਦੇ ਹਾਂ ਜਿਹੜੇ ਅਸੀਂ ਚਾਹੁੰਦੇ ਹਾਂ ਪਾ ਸਕਦੇ ਹਾਂ। In Python list, data items are stored in an ordered manner। ਇੱਕ ਆਰਡਰ ਦੇ ਵਿੱਚ ਅਸੀਂ ਉਹਦੇ 'ਚ ਐਲੀਮੈਂਟ ਪਾ ਦਾਂਗੇ, ਆਈਟਮਸ ਪਾ ਦਾਂਗੇ। The sequence in which they got stored, we can access them in the same sequence। ਜਿਸ ਸੀਕੁਐਂਸ 'ਚ ਅਸੀਂ ਨੰਬਰ ਪਾਵਾਂਗੇ ਜਾਂ ਐਲੀਮੈਂਟ, ਨੰਬਰ ਨਹੀਂ ਜ਼ਰੂਰੀ, ਸਟ੍ਰਿੰਗ ਵੀ ਪਾ ਸਕਦੇ ਹਾਂ, ਅਸੀਂ ਕੁਝ ਵੀ ਪਾ ਸਕਦੇ ਹਾਂ। तो जिस ऑर्डर 'ਚ ਅਸੀਂ ਆਈਟਮਸ ਪਾਵਾਂਗੇ ਉਸੇ ਆਰਡਰ 'ਚ ਅਸੀਂ ਉਹਨਾਂ ਨੂੰ ਐਕਸੈਸ ਕਰਾਂਗੇ ਜਾਂ ਅਸੀਂ ਵਿਜ਼ਿਟ ਕਰਾਂਗੇ। ਜਦੋਂ ਉਹਨਾਂ ਨੂੰ ਅਸੀਂ ਪ੍ਰਿੰਟ ਕਰਕੇ ਦੇਖਾਂਗੇ ਉਸੇ ਆਰਡਰ 'ਚ ਆਉਣਗੀਆਂ, ਬਦਲੇਗਾ ਨਹੀਂ। ਪਾਈਥਨ ਲਿਸਟ ਆਰ ਮਿਊਟੇਬਲ। ਮਿਊਟੇਬਲ ਦਾ ਮਤਲਬ ਹੈ ਕਿ ਅਸੀਂ ਇਹਨਾਂ ਨੂੰ ਚੇਂਜ ਕਰ ਸਕਦੇ ਹਾਂ। ਇੱਕ ਵਾਰ ਐਲੀਮੈਂਟ ਪਾ ਦਿੱਤੇ, ਉਹਦੇ ਵਿੱਚ ਸਟੋਰ ਕਰ ਦਿੱਤੇ ਆਈਟਮਸ, ਬਾਅਦ 'ਚ ਜੇ ਬਦਲਨੇ ਨੇ ਤਾਂ ਬਦਲੇ ਜਾ ਸਕਦੇ ਨੇ, ਉਹ ਹੁੰਦਾ ਮਿਊਟੇਬਲ। ਜੇ ਨਹੀਂ ਬਦਲੇ ਜਾ ਸਕਦੇ ਤਾਂ ਉਹਨੂੰ ਕਹਿੰਦੇ ਆ ਇਮਿਊਟੇਬਲ।
ਸੋ ਪਾਈਥਨ ਦੀਆਂ ਜੋ ਲਿਸਟਸ ਨੇ ਜਿਹੜੀ ਆਪਾਂ ਪ੍ਰੈਜ਼ੈਂਟ ਸਲਾਈਡ ਤੇ ਕਰ ਰਹੇ ਹਾਂ ਦੇ ਆਰ ਮਿਊਟੇਬਲ, ਮਤਲਬ which means we can modify the elements in the list। ਅਸੀਂ ਚਾਹੀਏ ਤਾਂ ਬਦਲ ਸਕਦੇ ਹਾਂ ਇੱਕ ਵਾਰ ਸਟੋਰ ਕਰਨ ਤੋਂ ਬਾਅਦ। ਆ ਪ੍ਰੋਗਰਾਮ ਬਣਾਇਆ ਮੈਂ ਛੋਟਾ ਜਿਹਾ, ਡੈਮੋ ਲਿਸਟ ਨਾਂ ਦੀ ਇੱਕ ਲਿਸਟ ਦਾ ਨਾਮ ਰੱਖ ਦਿੱਤਾ, ਮੈਂ ਕੋਈ ਵੀ ਰੱਖ ਸਕਦੇ ਹੋ ABC, ਮੈਂ ਡੈਮੋ ਲਿਸਟ ਰੱਖਿਆ। ਉਹਦੇ ਵਿੱਚ ਆ ਮੈਂ 3 ਆਈਟਮਸ ਵਾਲੀ ਇੱਕ ਲਿਸਟ ਬਣਾ ਕੇ ਸਟੋਰ ਕਰਤੀ। ਇਹ ਲਿਸਟ ਬਣਾਉਣ ਦਾ ਕਿਵੇਂ ਪਤਾ ਲੱਗਿਆ? ਜੇ ਤੁਸੀਂ ਆ ਬ੍ਰੈਕਟ ਯੂਜ਼ ਕਰਦੇ ਹੋ ਤਾਂ ਤੁਸੀਂ ਲਿਸਟ ਬਣਾ ਰਹੇ, ਆ ਵਾਲੀ ਬ੍ਰੈਕਟ ਇਹ ਯੂਜ਼ ਕਰਦੇ ਹੋ ਤਾਂ ਤੁਸੀਂ ਲਿਸਟ ਬਣਾ ਰਹੇ ਹੋ। ਇਹਦੇ ਅੰਦਰ ਜਿਹੜੇ ਐਲੀਮੈਂਟ ਪਾਉਣੇ ਨੇ, ਤੁਸੀਂ ਆਈਟਮਸ ਪਾਉਣੀਆਂ ਨੇ, ਦੇ ਮਸਟ ਬੀ ਸੈਪਰੇਟਡ ਵਿਦ ਕੋਮਾ, ਕੋਮੇ ਪਾ ਕੇ ਲੱਗ ਰੱਖਣੇ। ਚਾਹੇ ਤੁਸੀਂ ਸਟ੍ਰਿੰਗ ਪਾ ਲਓ, ਡਬਲ ਕੋਮਿਆਂ 'ਚ ਪਾ ਕੇ, ਸਿੰਗਲ ਕੋਮਿਆਂ 'ਚ ਪਾ ਕੇ, ਸਟ੍ਰਿੰਗ ਵੀ ਦੇ ਸਕਦੇ ਹੋ। ਮੈਂ ਇੱਥੇ ਨੂਮੈਰਿਕ ਲਿਸਟ ਬਣਾਈ ਹੈ, ਤਿੰਨੋਂ ਹੀ ਨੰਬਰ ਨੇ 4, 5 ਐਂਡ 6। ਐਕਸੈਸ ਕਰਨ ਦੇ ਲਈ 0 ਤੋਂ ਸ਼ੁਰੂ ਹੋਏਗਾ। ਜਿਹੜਾ ਪਹਿਲਾ ਆਈਟਮ ਹੈ, ਪਹਿਲੀ ਆਈਟਮ 0 ਤੇ, ਦੂਸਰੀ 1 ਤੇ, ਤੀਸਰੀ 2 ਤੇ ਸਟੋਰ ਹੋਈ ਹੈ। ਜਦੋਂ ਮੈਂ ਪ੍ਰਿੰਟ ਕਰਕੇ ਦੇਖਦਾ ਡੈਮੋ ਲਿਸਟ ਦੀ 0 ਪੋਜੀਸ਼ਨ ਵਾਲੀ ਆਈਟਮ, ਤਾਂ ਕਿਹੜੀ ਪ੍ਰਿੰਟ ਹੋ ਰਹੀ ਹੈ? 4। ਜਦੋਂ ਮੈਂ 1 ਇੰਡੈਕਸ ਵਾਲੀ ਆਈਟਮ ਪ੍ਰਿੰਟ ਕਰ ਰਿਹਾ ਤਾਂ 5 ਪ੍ਰਿੰਟ ਹੋ ਰਿਹਾ। ਇਸੇ ਤਰ੍ਹਾਂ 2 ਵਾਲੀ ਕਰਾਂਗੇ ਤਾਂ 6 ਪ੍ਰਿੰਟ ਹੋ ਜਾਏਗਾ। ਇਹ ਐਰੇ ਦੀ ਤਰ੍ਹਾਂ ਹੀ ਹੋ ਗਿਆ, ਜਿਵੇਂ ਆਪਾਂ C ਲੈਂਗੁਏਜ ਐਰੇ ਯੂਜ਼ ਕਰਦੇ ਹਾਂ, ਐਕਸੈਸ ਕਰਦੇ ਹਾਂ। ਬਸ ਇਹ ਹੈ ਕਿ ਲਿਸਟ ਬਣਾਉਣ ਵੇਲੇ ਤੁਸੀਂ ਇਹ ਵਾਲੀ ਬ੍ਰੈਕਟ ਯੂਜ਼ ਕਰਨੀ ਹੈ। ਐਕਸੈਸ ਕਰਨ ਦੇ ਲਈ ਇਹੀ ਬ੍ਰੈਕਟ ਫਿਰ ਯੂਜ਼ ਕਰਨੀ ਹੈ, ਪਰ ਇੱਥੇ ਅਸੀਂ ਇੰਡੈਕਸ ਦੱਸ ਰਹੇ ਹਾਂ। 0 ਤੇ ਫਸਟ ਐਲੀਮੈਂਟ ਹੋਏਗਾ, 1 ਤੇ 2 ਸੈਕੰਡ ਐਲੀਮੈਂਟ, 2 ਤੇ ਥਰਡ ਐਲੀਮੈਂਟ ਐਂਡ ਸੋ ਔਨ। ਕਪਲ ਲਿਸਟ ਦੀ ਤਰ੍ਹਾਂ ਹੈ, ਪਰ ਇਹ ਇਮਿਊਟੇਬਲ ਹੈ, ਮਤਲਬ ਇਹਦੇ ਜਿਹੜੇ ਆਈਟਮਸ ਤੁਸੀਂ ਪਾ ਦੋਗੇ ਉਹਨਾਂ ਨੂੰ ਬਾਅਦ ਚ ਬਦਲ ਨਹੀਂ ਸਕਦੇ। ਇਨ ਪਾਈਥਨ ਕਪਲਸ ਡਾਟਾ ਆਈਟਮਸ ਆਰ ਸਟੋਰਡ ਇਨ ਐਨ ਆਰਡਰਡ ਮੈਨਰ, ਜਿਵੇਂ ਲਿਸਟ ਚ ਸੀ ਸੇਮ ਉਹੀ। ਦ ਸੀਕੁਐਂਸ ਇਨ ਵਿਚ ਦੇ ਗੈਟ ਸਟੋਰਡ ਵੀ ਕੈਨ ਐਕਸੈਸ ਦੈਮ ਇਨ ਦ ਸੇਮ ਸੀਕੁਐਂਸ। ਇਹ ਵੀ ਉਹੀ ਗੱਲ ਹੋ ਗਈ, ਜਿਸ ਆਰਡਰ ਚ ਅਸੀਂ ਸਟੋਰ ਕਰਦੇ ਹਾਂ ਉਸੇ ਆਰਡਰ ਦੇ ਵਿੱਚ ਅਸੀਂ ਉਹਨਾਂ ਨੂੰ ਰਿਟਰੀਵ ਕਰਦੇ ਹਾਂ। ਪਰ ਪਾਈਥਨ ਕਪਲਸ ਆਰ ਇਮਿਊਟੇਬਲ, means their elements, their items cannot be changed once inserted, which means we cannot modify the elements in the couple। मैं सेम तरह की एग्जांपल ਲਈ ਹੈ, ਡੈਮੋ ਕਪਲ ਦਾ ਨਾਮ ਰੱਖਿਆ ਹੈ, ਇਹਦੇ ਵਿੱਚ ਮੈਂ 3 ਐਲੀਮੈਂਟ ਉਹੀ ਸਟੋਰ ਕਰੇ ਨੇ, ਪਰ ਮੈਂ ਪੈਰੇਂਥੀਸਿਸ ਯੂਜ਼ ਕੀਤੀਆਂ ਨੇ ਇਹ ਵਾਲੀ। ਜਦੋਂ ਤੁਸੀਂ ਐਲੀਮੈਂਟ ਇਹਦੇ ਵਿੱਚ ਲਿਖੋਗੇ ਤਾਂ ਕਪਲ ਬਣ ਜਾਏਗਾ, ਠੀਕ ਹੈ। ਜਦੋਂ ਤੁਸੀਂ ਇਸ ਬ੍ਰੈਕਟ 'ਚ ਲਿਖੋਗੇ ਤਾਂ ਲਿਸਟ ਬਣ ਜਾਏਗੀ। ਦਿਸ ਇਜ਼ ਦਾ ਮੇਨ ਡਿਫਰੈਂਸ ਪ੍ਰੈਕਟੀਕਲ। ਪੈਰੇਂਥੀਸਿਸ 'ਚ ਲਿਖੋਗੇ ਐਲੀਮੈਂਟ ਤਾਂ ਕਪਲ ਬਣੇਗਾ, ਇਸ ਬ੍ਰੈਕਟ ਦੇ ਵਿੱਚ ਲਿਖੋਗੇ ਤਾਂ ਲਿਸਟ ਬਣੇ। ਉਸੇ ਤਰ੍ਹਾਂ ਮੈਂ ਐਕਸੈਸ ਕਰੇ ਨੇ, ਦੇਖੋ ਉਹੀ ਰਿਜ਼ਲਟ ਆ ਰਿਹਾ ਹੈ, ਸੇਮ, ਠੀਕ ਹੈ। ਇਹ 4 ਹੈ 0 ਪੋਜੀਸ਼ਨ ਤੇ ਐਂਡ 1 ਪੋਜੀਸ਼ਨ ਤੇ 5 ਹੈ, ਸੇਮ ਉਹੀ, ਪਰ ਇਹ ਇਮਿਊਟੇਬਲ ਹੈ, ਚੇਂਜ ਨਹੀਂ ਕਰ ਸਕਦੇ ਤੁਸੀਂ, ਇੱਕ ਵਾਰ ਸਟੋਰ ਕਰ ਲਿਆ। ਸਟ੍ਰਿੰਗ ਡਬਲ ਕੋਮਿਆਂ 'ਚ ਅਸੀਂ ਅਗਰ ਲੈਟਰਸ ਦੇ ਗਰੁੱਪ ਲਿਖੀਏ, ਮੋਰ ਦੈਨ 1 ਲੈਟਰਸ, ਈਵਨ 1 ਨੂੰ ਵੀ ਅਗਰ ਤੁਸੀਂ ਡਬਲ ਕੋਮਿਆਂ 'ਚ ਲਿਖ ਦੋਗੇ ਉਹ ਸਟ੍ਰਿੰਗ ਹੀ ਮੰਨੀ ਜਾਏਗੀ। ਇਹ ਕਲੈਕਸ਼ਨ ਆਫ ਕਰੈਕਟਰਸ ਲੈਟਰ ਆਪਾਂ ਅਲਫਾਬੈਟਿਕ ਨੂੰ ਕਹਿੰਦੇ ਆ, ਕਰੈਕਟਰ ਦੇ ਵੀ ਸਾਰੇ ਹੀ ਆ ਜਾਂਦੇ ਆ, ਡਿਜਿਟ ਵੀ ਆ ਜਾਂਦੇ ਆ, ਸਪੈਸ਼ਲ ਕਰੈਕਟਰ ਵੀ ਆ ਜਾਂਦੇ ਆ। ਇਸ ਕਰਕੇ ਕਰੈਕਟਰ ਇਜ਼ a superset of letters, a collection of characters inside the double quotes or single quotes। ਤੁਸੀਂ ਡਬਲ 'ਚ ਵੀ ਲਿਖ ਸਕਦੇ ਹੋ, ਸਿੰਗਲ ਕੋਮਿਆਂ 'ਚ ਵੀ ਲਿਖ ਸਕਦੇ ਹੋ, is defined as a string। we can access a single character from the string in the same way we do in the lists। ਇੱਥੇ ਆਈਟਮ ਇੱਕ ਕਰੈਕਟਰ ਨੂੰ ਮੰਨਿਆ ਜਾਏਗਾ, ਕਿਉਂਕਿ ਇੱਥੇ ਇੱਕੋ ਹੀ ਸਟ੍ਰਿੰਗ ਹੋਏਗੀ ਤਾਂ ਇੱਕ ਕਰੈਕਟਰ ਨੂੰ ਅਸੀਂ ਆਈਟਮ ਮੰਨਾਂਗੇ। ਸੋ ਮੈਂ ਐਗਜ਼ਾਮਪਲ ਦਿੱਤੀ ਹੈ ਡੈਮੋ ਸਟ੍ਰਿੰਗ, ਇਹਦੇ ਵਿੱਚ ਵੈਲਕਮ ਸਟੋਰ ਕੀਤਾ, ਅੱਗੇ ਪ੍ਰਿੰਟ ਕੀਤਾ ਸਟ੍ਰਿੰਗ ਇਜ਼, ਇਹ ਮੈਂ ਖੁਦ ਲਿਖ ਦਿੱਤੀ ਡਬਲ ਕੋਮਿਆਂ 'ਚ, ਕੋਮਾ ਪਾ ਕੇ ਡੈਮੋ ਸਟ੍ਰਿੰਗ। ਇਹਦਾ ਮਤਲਬ ਇਹ ਦੋਨੋਂ ਚੀਜ਼ਾਂ ਇਕੱਠੀਆਂ ਪ੍ਰਿੰਟ ਹੋਣਗੀਆਂ, ਮੂਰੇ ਸਟ੍ਰਿੰਗ ਇਜ਼ ਫਿਰ ਡੈਮੋ ਸਟ੍ਰਿੰਗ ਦੀ ਵੈਲਿਊ ਹੈ ਵੈਲਕਮ। ਆ ਦੇਖੋ ਪ੍ਰਿੰਟ ਹੋ ਗਿਆ ਸਟ੍ਰਿੰਗ ਇਜ਼ ਵੈਲਕਮ, ਇਸ ਦੀ ਆਊਟਪੁੱਟ ਹੈ।
ਜਦੋਂ ਮੈਂ ਪ੍ਰਿੰਟ ਕਰੂੰਗਾ ਡੈਮੋ ਸਟ੍ਰਿੰਗ ਦੀ 0 ਪੋਜੀਸ਼ਨ ਤੇ ਤਾਂ W ਪ੍ਰਿੰਟ ਹੋਏਗਾ ਕਿਉਂਕਿ 0 ਪੋਜੀਸ਼ਨ ਤੇ W ਹੈ। ਜਦੋਂ ਮੈਂ ਕਹੂੰਗਾ ਡੈਮੋ ਸਟ੍ਰਿੰਗ ਦੀ 1 ਪੋਜੀਸ਼ਨ ਤੇ ਤਾਂ E ਪ੍ਰਿੰਟ ਹੋ ਰਿਹਾ ਵੈਲਕਮ WE E ਆ ਰਿਹਾ ਉਸ ਤੋਂ ਬਾਅਦ। ਇਸੇ ਤਰ੍ਹਾਂ ਅੱਗੇ ਇੰਡੈਕਸ ਵੱਧਦਾ ਜਾਏ। ਹੁਣ ਆ ਗਏ ਆਪਾਂ ਕਲੈਕਸ਼ਨਸ ਤੇ। ਦੋ ਕਲੈਕਸ਼ਨਸ ਵੀ ਆਪਾਂ ਪੜ੍ਹਨੀਆਂ ਨੇ। ਸੈਟ ਇੱਕ ਕਲੈਕਸ਼ਨ ਹੈ। ਕਲੈਕਸ਼ਨ ਮਤਲਬ ਅਨਆਰਡਰਡ group of data items. Sets are the unordered collection of data items. Data items are immutable. Set ਦੇ ਵਿੱਚ data items immutable ਨੇ, means change ਨਹੀਂ ਕੀਤੀਆਂ ਜਾ ਸਕਦੀਆਂ, one-sided, which means we cannot modify the items in the set. We cannot access the data items in the similar order we stored them. ਆਰਡਰ ਚੇਂਜ ਹੋ ਜਾ, ਅਨਆਰਡਰਡ ਹੈ, ਇਸ ਕਰਕੇ ਆਰਡਰ ਚੇਂਜ ਹੋ ਸਕਦਾ। ਜਿਸ ਆਰਡਰ 'ਚ ਤੁਸੀਂ ਉਹਨੂੰ ਯੂਜ਼ ਕੀਤਾ, ਐਡ ਕੀਤਾ, ਉਸੇ ਆਰਡਰ 'ਚ ਆ ਵੀ ਸਕਦੀਆਂ ਨੇ, ਨਹੀਂ ਵੀ ਆ ਸਕਦੀਆਂ। ਦੋਨੋਂ ਚੀਜ਼ਾਂ ਪੋਸੀਬਲ ਨੇ, ਮਤਲਬ ਕਿ ਗਰੰਟੀ ਨਹੀਂ ਹੈ ਕਿ ਉਹੀ ਆਰਡਰ ਮੇਨਟੇਨ ਰਹੇਗਾ। ਤੇ ਜ਼ਿਆਦਾਤਰ ਆਰਡਰ ਉਦੋਂ ਚੇਂਜ ਹੋ ਜਾਂਦੇ ਨੇ ਜਦੋਂ ਅਸੀਂ ਨਵੀਆਂ ਆਈਟਮਸ ਐਡ ਕਰ ਲੈਂਦੇ ਹਾਂ, ਪੁਰਾਣੀਆਂ ਰਿਮੂਵ ਕਰ ਦਿੰਦੇ ਹਾਂ, ਉਦੋਂ ਆਰਡਰ ਮੋਡੀਫਾਈ ਹੋ ਜਾਂਦਾ, ਬਦਲ ਜਾਂਦਾ। ਨਾਰਮਲੀ ਜੇ ਅਸੀਂ ਇੱਕੋ ਵਾਰ ਪਾ ਰਹੇ ਹਾਂ ਤਾਂ ਆਰਡਰ ਉਹ ਵੀ ਰਹਿ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਜਿਵੇਂ ਹੁਣ ਇੱਥੇ ਸੇਮ ਆਰਡਰ ਰਹਿ ਗਿਆ। ਡੈਮੋ ਸੈਟ ਇੱਕ ਆਪਾਂ ਸੈੱਟ ਬਣਾਇਆ ਤੇ ਇਹਦੇ ਵਿੱਚ 3 ਆਈਟਮ ਪਾਈਆਂ ਨੇ 2 3 4। ਦੇਖੋ ਸੈੱਟ ਬਣਾਉਣ ਦੇ ਲਈ ਇਹ ਬ੍ਰੇਸ ਯੂਜ਼ ਹੋਏਗੀ, ਇਹ ਸੈੱਟ ਬਣ ਜਾਏਗਾ। ਜਦੋਂ ਆਪਾਂ ਪ੍ਰਿੰਟ ਕਰਿਆ ਤਾਂ ਪ੍ਰਿੰਟ ਹੋ ਗਿਆ, ਉਹੀ ਆਰਡਰ ਹੈ, ਚੇਂਜ ਨਹੀਂ ਹੋਇਆ। ਮਤਲਬ ਰਹਿ ਵੀ ਸਕਦਾ ਪਰ ਬਦਲ ਵੀ ਸਕਦਾ, ਗਾਰੰਟੀ ਨਹੀਂ। ਇਹ ਸੀ ਸੈੱਟ। ਤੋਂ ਪਹਿਲਾਂ ਅਸੀਂ ਬਣਾਈ ਸੀ ਲਿਸਟ। ਲਿਸਟ ਬਣੀ ਸੀ ਇਦਾਂ। ਫਿਰ ਬਣਾਇਆ ਕਪਲ। ਕਪਲ ਬਣਿਆ ਇਹਨਾਂ ਇਹਦੇ ਪੈਰੰਥੀਸਿਸ 'ਚ। ਤੇ ਜਦੋਂ ਅਸੀਂ ਬਣਾਇਆ ਸੈੱਟ ਤਾਂ ਉਹ ਬਣਿਆ ਇਹਦੇ ਵਿੱਚ। ਤੇ ਇਹਨਾਂ ਦੇ ਅੱਡ ਅੱਡ ਨਾਮ ਨੇ। ਪ੍ਰੋਗਰਾਮਿੰਗ ਦੇ ਵਿੱਚ ਵੈਸੇ ਮੈਥਮੈਟਿਕਸ 'ਚ ਅਸੀਂ ਇਹਨਾਂ ਨੂੰ ਬ੍ਰੈਕਟਾਂ ਹੀ ਕਹਿੰਦੇ ਰਹੇ ਹਾਂ, ਪਰ ਇੱਥੇ ਆਹ ਬ੍ਰੈਕਟ ਹੈ, ਸਿਰਫ ਆਹੀ ਬ੍ਰੈਕਟ ਹੈ। ਇਸ ਨੂੰ ਕਹਾਂਗੇ ਬ੍ਰੈਕਟ। ਇਹ ਪੈਰੰਥੀਸਿਸ ਨੇ, ਪੈਰੰਥੀਸਿਸ। ਤੇ ਆ ਬ੍ਰੇਸਿਸ ਨੇ, ਬ੍ਰੇਸਿਸ, BRACES, BRACES, ਬ੍ਰੇਸਿਸ। ਬ੍ਰੈਕਟਸ, ਪੈਰੰਥੀਸਿਸ, ਬ੍ਰੇਸਿਸ, ਇਹੀ ਨਾਮ ਇਹਨਾਂ ਦੇ ਯੂਜ਼ ਕਰਨੇ ਨੇ। ਅਸੀਂ ਇਹਨਾਂ ਨੂੰ ਬ੍ਰੈਕਟਾਂ ਨਹੀਂ ਕਹਿੰਦੇ ਸਾਰਿਆਂ ਨੂੰ, ਬ੍ਰੈਕਟ ਸਿਰਫ ਉਹੀ ਹੈ। ਡਿਕਸ਼ਨਰੀ, ਇਹ ਵੀ collection है, unordered collection. Dictionaries are the unordered collection of data items. Data items are stored in key value pair. ਇੱਥੇ ਡਬਲ ਸਟੋਰੇਜ ਹੋਏਗੀ। ਇੱਕ ਆਈਟਮ ਦੇ ਦੋ ਪਾਰਟ ਹੋਣਗੇ, ਇੱਕ ਕੀ, ਇੱਕ ਵੈਲਿਊ। Data items are mutable, means ਤੁਸੀਂ ਬਦਲ ਸਕਦੇ ਹੋ, mutable। We can access the data items using keys, की यूज करके। की वैल्यू पेयर, आ देखो एग्जाम्पल है स्टूडेंट डिक्शनरी। मैं एक डिक्शनरी का नाम ले लिया एज ए वेरीएबल। आ पहली आइटम स्टोर की है, आ दूसरी आइटम स्टोर की है, आ तीसरी आइटम स्टोर की है। आइटम 3 ने, 6 नहीं है। पहली आइटम दे विच 2 पार्ट ने। दिस इज की, 101 इज की, दिस इज वैल्यू, राजेश इज वैल्यू। सेम 102 is a key and Kulwant is value. 103 is a key and Tejinder is value. Key value pairs ਇਹਨਾਂ ਦੇ ਵਿੱਚ ਪੈਂਦਾ ਕੋਲਨ, ਦੋਨਾਂ ਨੂੰ ਸੈਪਰੇਟ ਕਰਨ ਲਈ। ਕੌਮਾ ਜਿੱਥੋਂ ਪੈ ਗਿਆ ਉੱਥੋਂ ਆਈਟਮ ਚੇਂਜ ਹੋ ਗਈ। ਕੌਮੇ 2 ਹੀ ਪਾਏ ਹੋਏ ਨੇ, ਇਹਦਾ ਮਤਲਬ 3 ਆਈਟਮਾਂ ਨੇ। ਇਹ ਮੰਨ ਲਓ ਵੀ ਰੋਲ ਨੰਬਰ ਹੈ 101 ਰੋਲ ਨੰਬਰ, ਸਟੂਡੈਂਟ ਦਾ ਨਾਮ ਰਾਜੇਸ਼। 102 ਰੋਲ ਨੰਬਰ, ਸਟੂਡੈਂਟ ਦਾ ਨਾਮ ਕੁਲਵੰਤ। 103 ਰੋਲ ਨੰਬਰ, ਸਟੂਡੈਂਟ ਦਾ ਨਾਮ ਤੇਜਿੰਦਰ। ਕੀ ਇਜ਼ ਰੋਲ ਨੰਬਰ, ਨੇਮ ਇਜ਼ ਵੈਲਿਊ। ਓਕੇ, ਜਦੋਂ ਅਸੀਂ ਪ੍ਰਿੰਟ ਕਰਾਂਗੇ ਐਜ਼ ਇਟ ਇਜ਼ ਪ੍ਰਿੰਟ ਹੋ ਜਾਏਗਾ। ਆ ਪ੍ਰਿੰਟ ਕਰ ਦਿੱਤਾ ਮੈਂ, ਦੇਖੋ ਸੇਮ ਉਸੇ ਤਰ੍ਹਾਂ ਨਾਲ ਇਹ ਪੂਰੇ ਦਾ ਪੂਰੀ ਡਿਕਸ਼ਨਰੀ ਪ੍ਰਿੰਟ ਹੋ। ਜਦੋਂ ਤੁਸੀਂ ਕਿਸੇ ਆਈਟਮ ਨੂੰ ਐਕਸੈਸ ਕਰਨਾ ਤਾਂ ਤੁਸੀਂ ਉਹਦੀ ਕੀ ਦੱਸੋਗੇ। ਇੱਥੇ ਇੰਡੈਕਸ ਨਹੀਂ ਹੋਏਗਾ, ਇਹ ਕੀ ਹੋਏਗੀ। ਕੀ ਦੱਸੀ 102, 102 ਕੀ ਦਾ ਵੈਲਿਊ ਇਹ ਪ੍ਰਿੰਟ ਕਰ ਦੇਗਾ ਕੁਲਵੰਤ। ਕੁਲਵੰਤ ਪ੍ਰਿੰਟ ਹੋ ਗਿਆ ਇੱਥੇ।
ਜੇ 103 ਕੀ ਤੋਂ ਆਪਾਂ ਪ੍ਰਿੰਟ ਕਰਾਈਏ ਤਾਂ ਤੇਜਿੰਦਰ ਪ੍ਰਿੰਟ ਹੋ ਜਾਏਗਾ, 101 ਤੇ ਪ੍ਰਿੰਟ ਕਰਾਈਏ ਤਾਂ ਰਜੇਸ਼ ਪ੍ਰਿੰਟ ਹੋ ਜਾਏਗਾ। ਕੀ ਵੈਲਿਊ ਪੇਅਰਸ ਹਰੇਕ ਵੈਲਿਊ ਉਹਦੀ ਨਾਲ ਕੀ ਦੇ ਨਾਲ ਐਸੋਸੀਏਟਡ ਹੈ, ਕੀ ਯੂਜ਼ ਕਰਨੀ ਪਏਗੀ ਉਸ ਵੈਲਿਊ ਨੂੰ ਐਕਸੈਸ ਕਰਨ ਦੇ। ਜਿਵੇਂ ਪਹਿਲਾਂ ਆਪਾਂ ਇੰਡੈਕਸ ਯੂਜ਼ ਕਰਦੇ ਸੀ, 0 ਤੋਂ ਸ਼ੁਰੂ ਹੁੰਦਾ ਸੀ, ਹਮੇਸ਼ਾ ਹੀ 0 ਤੋਂ ਸ਼ੁਰੂ ਹੁੰਦਾ ਸੀ। ਇੱਥੇ ਇੰਡੈਕਸ ਦੀ ਜਗ੍ਹਾ ਤੇ ਕੀ ਹੋਏਗੀ ਤੇ ਕੀ ਦੀ ਵੈਲਿਊ ਅਸੀਂ ਪਾਵਾਂਗੇ, ਜੋ ਅਸੀਂ ਪਾਵਾਂਗੇ ਉਸੇ ਨਾਲ ਉਹਨੂੰ ਐਕਸੈਸ ਕਰਾਂਗੇ। ਇਹ ਹੋ ਗਈ ਡਿਕਸ਼ਨਰੀ। ਆਪਰੇਸ਼ਨਸ ਔਨ ਸੀਕੁਐਂਸਿਸ। 4 ਆਪਰੇਸ਼ਨ ਆਪਾਂ ਡਿਸਕਸ ਕਰਾਂਗੇ ਇੱਥੇ, ਕਨਕੈਟੀਨੇਸ਼ਨ, ਰੈਪਲੀਕੇਸ਼ਨ, ਮੈਂਬਰਸ਼ਿਪ ਐਂਡ ਸਲਾਈਸ। ਤੇ 3 ਫੰਕਸ਼ਨ ਮੈਂ ਮੇਨ ਐਕਸੈਸ ਕਰੂੰਗਾ, ਇੱਥੇ ਡਿਸਕਸ ਕਰੂੰਗਾ, ਲੈਂਥ, ਮਿਨੀਮਮ, ਮੈਕਸਿਮਮ। ਨੋਟ ਦੈਟ ਕਿ ਜਿਹੜੀ ਚੀਜ਼ ਮੈਂ ਉਰੇ ਡਿਸਕਸ ਕਰ ਰਿਹਾ ਇੱਕ ਐ ਨਹੀਂ ਹੈ ਕਿ ਦਿਸ ਇਹੀ ਹੈ। ਲੈਂਗੁਏਜ ਬਹੁਤ ਵੱਡੀ ਹੁੰਦੀ ਹੈ, ਕੋਈ ਵੀ ਪ੍ਰੋਗਰਾਮਿੰਗ ਲੈਂਗੁਏਜ ਬਹੁਤ ਕੁਝ ਹੁੰਦਾ ਉਹਦੇ ਵਿੱਚ। ਮੈਂ ਇੱਥੇ ਸਿਰਫ ਮੇਨ ਜਿਹੜੀਆਂ ਜ਼ਿਆਦਾਤਰ ਅਸੀਂ ਯੂਜ਼ ਕਰਦੇ ਹਾਂ ਜਾਂ ਇੱਕ ਇੰਟਰੋਡਕਸ਼ਨ ਦੇ ਤੌਰ ਤੇ ਕਿ ਆਹ ਚੀਜ਼ਾਂ ਇਹਦੇ ਵਿੱਚ ਪੋਸੀਬਿਲਿਟੀ ਹੈ। ਪਰ ਆ ਜਿਵੇਂ ਫੰਕਸ਼ਨ ਮੈਂ 3 ਲਿਖਣੇ, ਤੇ ਇਹਨੀਆਂ 3 ਹੀ ਨੇ, ਹੋਰ ਬਹੁਤ ਫੰਕਸ਼ਨ ਹੋਣਗੇ, ਸਾਰੇ ਨਹੀਂ ਡਿਸਕਸ ਕੀਤੇ ਜਾ ਸਕਦੇ। ਸੇਮ ਉਸੇ ਤਰ੍ਹਾਂ ਨਾਲ ਜੋ ਮੈਂ ਆਪਰੇਸ਼ਨਸ ਦੱਸ ਰਿਹਾ 4, ਇਹ ਫ੍ਰੀਕੁਐਂਟਲੀ ਯੂਜ਼ਡ ਆਪਰੇਸ਼ਨਸ ਨੇ, ਪਰ ਹੋਰ ਵੀ ਬਹੁਤ ਆਪਰੇਸ਼ਨ ਕੀਤੇ ਜਾ ਸਕਦੇ ਨੇ। ਉਹ ਡਿਮਾਂਡ ਦੇ ਹਿਸਾਬ ਨਾਲ, ਨੀਡ ਦੇ ਹਿਸਾਬ ਨਾਲ ਅਸੀਂ ਅੱਗੇ ਸਟੱਡੀ ਕਰਦੇ ਰਹਿੰਦੇ ਹੁੰਦੇ ਹਾਂ। ਸੋ ਇਹਨਾਂ ਨੂੰ ਆਪਾਂ ਡਿਸਕਸ ਕਰੀਏ ਕੀ ਕਰਦੇ ਨੇ ਇਹ। ਸਭ ਤੋਂ ਪਹਿਲਾਂ ਕਨਕੈਟੀਨੇਸ਼ਨ। ਕਨਕੈਟੀਨੇਸ਼ਨ ਦਾ ਮਤਲਬ ਹੁੰਦਾ ਹੈ ਕੰਬਾਈਨ ਕਰ ਦਿੰਦਾ ਹੈ 2 ਸਟ੍ਰਿੰਗਸ ਨੂੰ। ਇਹ ਸਟ੍ਰਿੰਗਸ ਤੇ ਮੈਂ ਡਿਸਕਸ ਕਰ ਰਿਹਾ, ਕਿਸੇ ਵੀ ਸੀਕੁਐਂਸ ਤੇ ਇਸੇ ਤਰ੍ਹਾਂ ਕੰਮ ਕਰੇਗਾ। ਮੈਂ ਸਟ੍ਰਿੰਗਸ ਤੇ ਕਰ ਰਿਹਾ, ਸਟ੍ਰਿੰਗਸ ਤੇ ਈਜ਼ੀ ਰਹੇਗਾ ਸਮਝਾਉਣਾ। ਵੀ ਕੈਨ ਕੰਬਾਈਨ 2 ਸੀਕੁਐਂਸਿਸ ਯੂਜ਼ਿੰਗ ਪਲੱਸ ਆਪਰੇਟਰ। ਇਹਨੂੰ ਅਸੀਂ ਕਨਕੈਟੀਨੇਸ਼ਨ ਕਹਾਂਗੇ। ਜਿਵੇਂ ਮੰਨ ਲਓ ਆ ਇਹ ਇੱਕ ਸਟ੍ਰਿੰਗ ਹੋ ਗਈ ਹੈਲੋ, ਬੀ ਦੂਜੀ ਸਟ੍ਰਿੰਗ ਹੈ ਹਾਊ ਆਰ ਯੂ। ਜਦੋਂ ਆਪਾਂ ਪ੍ਰਿੰਟ ਕਰਾਂਗੇ A+B ਤਾਂ ਇਕੱਠੀਆਂ ਹੋ ਜਾਣਗੀਆਂ, ਹੈਲੋ ਹਾਊ ਆਰ ਯੂ ਸਿੰਗਲ ਬਣ ਗਈ, ਇਹ ਕੰਬਾਈਨ ਹੋ ਕੇ ਹੈਲੋ ਹਾਊ ਆਰ ਯੂ ਆ ਦੇਖੋ ਪ੍ਰਿੰਟ ਹੋ ਗਈ। ਵੈਰੀ ਸਿੰਪਲ ਆਪਰੇਸ਼ਨ। ਜਿਵੇਂ ਆਪਾਂ 2 ਨੰਬਰ ਜੋੜ ਦਿੰਦੇ ਹਾਂ, ਉਹਨਾਂ ਦੀ ਤਾਂ ਵੈਲਿਊ ਜੁੜ ਜਾਂਦੀ ਹੈ। ਹੁਣ ਇਹ ਤਾਂ ਸਟ੍ਰਿੰਗ ਹੈ, ਜੁੜ ਨਹੀਂ ਸਕਦੀ। ਇਹ ਕਿਵੇਂ ਜੁੜੇਗੀ? ਇਹ ਬਸ ਨਾਲ ਅਟੈਚ ਹੋ ਜਾਏਗੀ, ਦੋਨੋਂ ਸਟ੍ਰਿੰਗਸ ਅਟੈਚ ਹੋ ਜਾਣਗੀਆਂ ਪਲੱਸ ਦੇ ਨਾਲ। ਇਹਨੂੰ ਕਨਕੈਟੀਨੇਸ਼ਨ ਕਹਾਂਗੇ। ਰੈਪਲੀਕੇਸ਼ਨ, ਅਸੀਂ ਕਿਸੇ ਸਟ੍ਰਿੰਗ ਨੂੰ ਜਾਂ ਕਿਸੇ ਸੀਕੁਐਂਸ ਨੂੰ, ਮੈਂ ਸਟ੍ਰਿੰਗ ਤਾਂ ਵੈਸੇ ਐਗਜ਼ਾਮਪਲ ਦੇ ਤੌਰ ਤੇ ਲੈ ਰਿਹਾ, ਕਿਸੇ ਵੀ ਸੀਕੁਐਂਸ ਨੂੰ ਮਲਟੀਪਲ ਟਾਈਮਸ ਰਿਪੀਟ ਕਰ ਸਕਦੇ ਹਾਂ। ਐਸਟਰਿਸਕ ਨਾਂ ਦਾ ਜਿਹੜਾ ਆਪਰੇਟਰ ਹੈ, ਮਲਟੀਪਲੀਕੇਸ਼ਨ ਆਪਰੇਟਰ ਹੁੰਦਾ ਵੈਸੇ ਇਹ ਅਰਥਮੈਟਿਕ ਜਦੋਂ ਨੂਮੈਰਿਕ ਕੈਲਕੂਲੇਸ਼ਨਸ ਕਰਦੇ ਹਾਂ, ਪਰ ਇੱਥੇ ਰੈਪਲੀਕੇਸ਼ਨ ਆਪਰੇਟਰ ਮੰਨਿਆ ਜਾਏਗਾ ਕਿਉਂਕਿ ਇਹ ਰੈਪਲੀਕੇਟ ਕਰਦਾ, ਰਿਪੀਟ ਕਰਦਾ ਹੈ। We can print the sequence multiple times using replication operator. ਆ ਦੇਖੋ A ਦੇ ਵਿੱਚ ਹੈਲੋ ਸਟੋਰ ਕਰਿਆ, B ਦੇ ਵਿੱਚ ਜੌਨ। ਪ੍ਰਿੰਟ ਕੀ ਕਰ ਰਿਹਾ ਮੈਂ? A ਮਲਟੀਪਲਾਈਡ ਬਾਈ 2 ਪਲੱਸ B। ਹੁਣ ਵੈਸੇ ਤਾਂ ਇਹ ਇੱਕ ਨੂਮੈਰਿਕ ਫਾਰਮੂਲਾ ਜਿਹਾ ਲੱਗਦਾ ਕਿ A ਦੀ ਵੈਲਿਊ ਨੂੰ 2 ਨਾਲ ਗੁਣਾ ਹੋ ਜਾਏਗਾ ਪਲੱਸ ਉਹਦੇ 'ਚ B ਜੁੜ ਜਾਏਗਾ, ਪਰ ਕਿਉਂਕਿ A ਅਤੇ B ਸਟ੍ਰਿੰਗਸ ਨੇ, ਸੀਕੁਐਂਸ ਹੈ, ਤਾਂ ਇਹ 2 ਵਾਰ ਰਿਪੀਟ ਹੋ ਜਾਏਗੀ ਤੇ ਨਾਲ B ਕਨਕੈਟੀਨੇਟ ਹੋ ਜਾਏਗੀ। ਇੱਥੇ ਇਹ ਕਨਕੈਟੀਨੇਸ਼ਨ ਤੇ ਰੈਪਲੀਕੇਸ਼ਨ ਆਪਰੇਟਰ ਦਾ ਕੰਮ ਕਰਨਗੇ, ਨਾ ਕਿ ਮਲਟੀਪਲੀਕੇਸ਼ਨ ਤੇ ਐਡੀਸ਼ਨ ਦਾ। ਇਹਨਾਂ ਦਾ ਫੰਕਸ਼ਨ ਬਦਲ ਗਿਆ, ਹਾਲਾਂਕਿ ਸਿੰਬਲ ਉਹੀ ਨੇ, ਪਰ ਕਿਉਂਕਿ ਸਟ੍ਰਿੰਗਸ ਤੇ ਲੱਗ ਰਹੇ ਨੇ ਤਾਂ ਇਹਨਾਂ ਦਾ ਬਿਹੇਵੀਅਰ ਬਦਲ ਗਿਆ। ਹੁਣ A ਮਲਟੀਪਲਾਈਡ ਬਾਈ 2 ਦਾ ਮਤਲਬ ਇਹ 2 ਨਾਲ ਮਲਟੀਪਲਾਈ ਨਹੀਂ ਹੋਏਗਾ, ਇਹਦਾ ਮਤਲਬ ਹੈ ਇਹ 2 ਵਾਰ ਰੈਪਲੀਕੇਟ ਹੋ ਜਾਏਗਾ ਪਲੱਸ B ਉਹਦੇ ਨਾਲ ਕਨਕੈਟੀਨੇਟ ਹੋ ਜਾਏਗਾ। ਦੇਖੋ ਹੈਲੋ ਹੈਲੋ 2 ਵਾਰ ਰਿਪੀਟ ਹੋ ਗਿਆ A, ਤੇ ਨਾਲ ਜੌਨ ਜਿਹੜਾ ਹੈ ਉਹ ਅਟੈਚ ਹੋ ਗਿਆ, ਕਨਕੈਟੀਨੇਟ ਹੋ ਗਿਆ। ਜੌਨ ਦੇ ਮੂਹਰੇ ਸਪੇਸ ਦਿੱਤੀ ਹੋਈ ਹੈ ਤਾਂ ਹੀ ਇੱਥੇ ਸਪੇਸ ਆਈ ਹੈ, ਜੇ ਨਾ ਉੱਥੇ ਦਿੱਤੀ ਹੁੰਦੀ ਤਾਂ ਉਰੇ ਵੀ ਨਹੀਂ ਸੀ ਹੋਣੀ। ਮੈਂਬਰਸ਼ਿਪ ਇਨ ਆਪਰੇਟਰ ਹੈ। ਵੈਸੇ ਆਪਾਂ ਪਹਿਲਾਂ ਲੂਪ ਜਦੋਂ ਪੜ੍ਹੀ ਸੀ ਆਪਾਂ ਇਹ ਡਿਸਕਸ ਕਰ ਚੁੱਕੇ ਹਾਂ। ਇਨ ਦੇ ਨਾਲ ਅਸੀਂ ਕਿਸੇ ਲਿਸਟ ਜਾਂ ਸੀਕੁਐਂਸ ਜਾਂ ਕਪਲ ਜਾਂ ਸਟ੍ਰਿੰਗ ਦੇ ਅੰਦਰ ਕਿਸੇ ਸਬ ਸਟ੍ਰਿੰਗ, ਸਬ ਆਈਟਮ ਦੀ ਐਗਜ਼ਿਸਟੈਂਸ ਨੂੰ ਚੈੱਕ ਕਰਦੇ ਹਾਂ ਕਿ ਅਵੇਲੇਬਲ ਹੈ ਜਾਂ ਨਹੀਂ ਹੈ, ਐਗਜ਼ਿਸਟ ਕਰਦੀ ਹੈ ਜਾਂ ਨਹੀਂ। We can check if a particular substring is a part of the main string or not using the in keyword. It can also be used to check the presence of items in the list or couple, ਜਿਹੜੇ ਆਪਾਂ ਪਹਿਲਾਂ ਪੜ੍ਹ ਕੇ ਹਟੇ।
ਯੂਜ਼ ਉਵੇਂ ਹੀ ਹੋਏਗਾ ਇਹ। ਜਿਵੇਂ ਮੰਨ ਲਓ ਮੈਂ ਇੱਕ ਪ੍ਰੋਗਰਾਮ ਲਿਆ ਇਹਦੇ ਚ ਡੈਮੋ ਸਟ੍ਰਿੰਗ ਦੇ ਵਿੱਚ ਸਟੋਰ ਕਰਿਆ ਵੈਲਕਮ ਟੂ ਦਿਸ ਨਿਊ ਬਲੌਗ, ਇਹ ਸਟ੍ਰਿੰਗ ਹੈ। ਜਦੋਂ ਮੈਂ ਪ੍ਰਿੰਟ ਕਰ ਰਿਹਾ ਪ੍ਰਿੰਟ ਦਿਸ ਇਨ ਡੈਮੋ ਸਟ੍ਰਿੰਗ, ਇਹ ਇੱਥੇ ਬੂਲੀਅਨ ਆਊਟਪੁੱਟ ਆਏਗੀ ਟਰੂ ਜਾਂ ਫਾਲਸ, ਕਿਉਂਕਿ ਇਨ ਆਪਰੇਟਰ ਲੱਗਿਆ ਹੋਇਆ। ਇਨ ਇਹ ਚੈੱਕ ਕਰੇਗਾ ਵੀ ਦਿਸ ਹੈ ਜਿਹੜਾ ਦਿਸ ਜਿਹੜੀ ਸਟ੍ਰਿੰਗ ਹੈ ਸਮॉल ਸਟ੍ਰਿੰਗ ਸਬ ਸਟ੍ਰਿੰਗ, ਇਹ ਡੈਮੋ ਸਟ੍ਰਿੰਗ ਚ ਐਗਜ਼ਿਸਟ ਕਰਦੀ ਹੈ ਜਾਂ ਨਹੀਂ ਕਰਦੀ। ਜੇ ਐਗਜ਼ਿਸਟ ਕਰਦੀ ਹੈ ਤਾਂ ਟਰੂ ਆਨਸਰ ਆਏਗਾ, ਜੇ ਨਹੀਂ ਕਰਦੀ ਤਾਂ ਫਾਲਸ ਆਏਗਾ, ਕਿਉਂਕਿ ਦਿਸ ਉਹਦੇ ਵਿੱਚ ਹੈ ਵੈਲਕਮ ਟੂ ਦਿਸ ਨਿਊ ਬਲੌਗ, ਇਸ ਕਰਕੇ ਇੱਥੇ ਆਊਟਪੁੱਟ ਟਰੂ ਆਈ ਹੈ। ਜੇ ਨਾ ਹੁੰਦਾ ਜਾਂ ਮੰਨ ਲਓ ਦੈਟ ਕਰ ਲਈਏ, ਜੇ ਦੈਟ ਇਨ ਡੈਮੋ ਸਟ੍ਰਿੰਗ ਲਿਖੀਏ ਤਾਂ ਫਾਲਸ ਆਏਗਾ, ਕਿਉਂਕਿ ਦੈਟ ਉਹਦੇ ਚ ਨਹੀਂ ਹੈ। ਸੋ ਸਿਰਫ ਐਗਜ਼ਿਸਟੈਂਸ ਚੈੱਕ ਕਰੇਗਾ ਇਨ ਦੇ ਨਾਲ ਕਿ ਉਹਦੇ ਚ ਹੈ ਐਗਜ਼ਿਸਟ ਕਰਦਾ ਜਾਂ ਨਹੀਂ ਕਰਦਾ ਮੇਨ ਦੇ ਵਿੱਚ। ਸਲਾਈਸ ਦਾ ਮਤਲਬ ਹੈ ਸਬ ਸਟ੍ਰਿੰਗ, ਪਾਰਟ ਆਫ ਦਾ ਸਟ੍ਰਿੰਗ ਐਕਸਟ੍ਰੈਕਟ ਕਰਨਾ ਹੁੰਦਾ ਹੈ। we can display specific parts of the sequence using index slicing in Python। index slicing, index ਦੱਸਣਾ ਕਿੱਥੋਂ ਸ਼ੁਰੂ ਕਰਨਾ ਕਿੰਨੇ ਤੱਕ ਜਾਣਾ। ਸੋ ਅਸੀਂ ਕੀ ਕੀਤਾ, ਆ ਸਾਡੇ ਕੋਲ ਉਹੀ ਡੈਮੋ ਸਟ੍ਰਿੰਗ ਹੈ ਵੈਲਕਮ ਟੂ ਦਿਸ ਨਿਊ ਬਲੌਗ, ਪ੍ਰਿੰਟ ਕਰ ਰਹੇ ਹਾਂ ਡੈਮੋ ਸਟ੍ਰਿੰਗ ਦਾ ਕਿਹੜਾ ਪਾਰਟ ਕਰ ਰਹੇ ਹਾਂ 3 ਤੋਂ 7, 3 ਸਟਾਰਟ 7 ਤੱਕ ਨਹੀਂ ਜਾਏਗਾ 6 ਤੱਕ ਜਾਏਗਾ, ਇੱਕ ਘੱਟ ਤੱਕ ਜਾਂਦਾ, ਇਹ ਯਾਦ ਰੱਖਣਾ। 3 ਤੋਂ 6 ਤੱਕ ਦੇ ਕਰੈਕਟਰ 3 4 5 6 ਉਹ ਕਰੈਕਟਰ ਪ੍ਰਿੰਟ ਹੋ ਜਾਣਗੇ। ਦੇਖੋ ਆ 0 ਤੇ ਹੈ, ਆ 1 ਹੈ, ਆ 2 ਹੈ, 3 ਤੇ ਆ ਗਿਆ C, ਠੀਕ ਹੈ, ਇਹ 3 ਤੇ ਹੈ। ਉਸ ਤੋਂ ਬਾਅਦ 4 5 ਐਂਡ 6, 3 ਤੋਂ 6 ਤੱਕ ਦੇ ਆ 4 ਕਰੈਕਟਰ ਇੱਥੇ ਪ੍ਰਿੰਟ ਹੋ ਗਏ ਨੇ ਕਮ ਚ, ਠੀਕ ਹੈ, 3 ਤੋਂ 6 ਤੱਕ। तो ਅਸੀਂ ਕਿਸੇ ਸਟ੍ਰਿੰਗ ਦੇ ਵਿੱਚੋਂ ਇੱਕ ਪਾਰਟ ਐਕਸਟ੍ਰੈਕਟ ਕਰ ਸਕਦੇ ਹਾਂ ਸਲਾਈਸਿੰਗ ਦੀ ਮਦਦ ਦੇ ਨਾਲ। ਸਲਾਈਸਿੰਗ ਉਹਦਾ ਇੰਡੈਕਸ ਦੱਸਣੇ ਨੇ ਤੁਸੀਂ ਕੋਲਨ ਪਾ ਕੇ, ਸਟਾਰਟ ਤੇ ਐਂਡ ਵੈਲਿਊ। ਅੱਗੇ ਫੰਕਸ਼ਨ ਆ ਗਏ ਨੇ। ਲੈਂਥ ਫੰਕਸ਼ਨ ਹੈ, ਫੰਕਸ਼ਨ ਲੈਂਥ ਵਿਲ ਰਿਟਰਨ ਦਾ ਲੈਂਥ ਆਫ ਦਾ ਸੀਕੁਐਂਸ। ਵੈਰੀ ਸਿੰਪਲ, ਨੰਬਰ ਆਫ ਕਰੈਕਟਰਸ ਦੱਸ ਦੇਗਾ। ਜਿਵੇਂ ਵੈਲਕਮ ਦੇ ਵਿੱਚ 7 ਕਰੈਕਟਰ ਨੇ, ਜਦੋਂ ਤੁਸੀਂ ਲੈਂਥ ਆਫ ਡੈਮੋ ਸਟ੍ਰਿੰਗ ਚੈੱਕ ਕਰੋਗੇ ਤਾਂ ਇਟ ਵਿਲ ਰਿਟਰਨ 7। ਲੈਂਥ ਚੈੱਕ ਕਰਨੀ ਹੈ ਨੰਬਰ ਆਫ ਕਰੈਕਟਰਸ, ਵੈਰੀ ਸਿੰਪਲ। ਮਿਨੀਮਮ ਸਭ ਤੋਂ ਛੋਟੀ ਵੈਲਿਊ, ਮਿਨੀਮਮ ਫੰਕਸ਼ਨ ਵਿਲ ਰਿਟਰਨ ਦਾ ਸਮਾਲੈਸਟ ਵੈਲਿਊ ਇਨ ਦਾ ਸੀਕੁਐਂਸ। ਜਿਵੇਂ ਮੰਨ ਲਓ ਸਟ੍ਰਿੰਗ ਦੇ ਵਿੱਚ ਮੈਂ ਹੈਲੋ ਸਟੋਰ ਕਰਿਆ, ਜਦੋਂ ਮੈਂ ਮਿਨੀਮਮ ਵੈਲਿਊ ਇਹਦੇ ਵਿੱਚੋਂ ਚੱਕ ਰਿਹਾ ਤਾਂ ਸਭ ਤੋਂ ਛੋਟਾ ਲੈਟਰ ਕਿਹੜਾ ਹੈ? E ਹੈ, E ਪ੍ਰਿੰਟ ਹੋ ਗਿਆ, ਦ ਸਮਾਲੈਸਟ ਵੈਲਿਊ E। ਉਸੇ ਤਰ੍ਹਾਂ ਮੈਕਸ ਹੈ, ਮੈਕਸਿਮਮ ਵੈਲਿਊ ਲਾਰਜੈਸਟ ਵਿਲ ਰਿਟਰਨ ਦਾ ਲਾਰਜੈਸਟ ਵੈਲਿਊ ਇਨ ਦਾ ਸੀਕੁਐਂਸ। ਇਹ ਮੰਨ ਲਓ ਮੈਂ ਹੈਲੋ ਸਟੋਰ ਕਰਿਆ, ਉਸ ਤੋਂ ਬਾਅਦ ਜਦੋਂ ਮੈਕਸਿਮਮ ਵੈਲਿਊ ਚੱਕ ਰਿਹਾ, ਮੈਕਸਿਮਮ O ਹੈ, ਸਭ ਤੋਂ ਵੱਡੀ ਵੀ O ਹੈ, ਹਾਲਾਂਕਿ ਐਂਡ ਤੇ ਪਈ ਹੈ ਪਰ ਜ਼ਰੂਰੀ ਨਹੀਂ ਐਂਡ ਤੇ, ਅੰਦਰ ਵੀ ਹੋ ਸਕਦੀ ਸੀ। O is the largest value in this sequence, so O is the output। तो ये सी साडा sequences and collections दे बारे डिस्कशन।